ਅੱਜ ਦੇ ਖਾਸ ਮੁਲਾਕਾਤ ਪ੍ਰੋਗਰਾਮ ਵਿੱਚ ਸਾਡੇ ਨਾਲ ਦਰਸ਼ਕਾਂ ਦੇ ਰੂਬਰੂ ਪੇਸ਼ ਹਨ ਪੰਜਾਬੀ ਦੇ ਪ੍ਰਸਿੱਧ ਜਰਨਲਿਸਟ, ਕੈਨੇਡਾ ਤੋਂ ਪੰਜਾਬੀ ਪੋਸਟ ਜੋ ਕੈਨੇਡੀਅਨ ਪੰਜਾਬੀ ਪੋਸਟ ਨਾਂ ਦਾ ਅਖਬਾਰ ਪਿਛਲੇ 12 ਸਾਲ ਤੋਂ ਚਲਾ ਰਹੇ ਹਨ, ਉਸ ਦੇ ਚੀਫ ਐਡੀਟਰ ਸਾਹ ਜਗਦੀਸ਼ ਸਿੰਘ ਗਰੇਵਾਲ ਅੱਜ ਚੜ੍ਹਦੀ ਕਲਾ ਦੇ ਸਟੂਡੀਓ 'ਚ ਆਏ ਹਨ। ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ। ਮੈਂ ਚਾਹਾਂਗਾ ਕਿ ਗਰੇਵਾਲ ਸਾਹਿਬ ਨੇ ਜੋ ਆਪਣਾ ਜ਼ਿੰਦਗੀ ਦਾ ਇਹ ਲੰਬਾ ਸਫ਼ਰ ਕੈਨੇਡਾ ਦੀ ਧਰਤੀ ਉੱਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਬਤਾਇਆ ਹੈ, ਔਰ ਇੰਨੇ ਲੰਬੇ ਸਫ਼ਰ ਤੋਂ ਬਾਅਦ ਇਹਨਾਂ ਨੇ ਜ਼ਿੰਦਗੀ ਵਿੱਚ ਜੋ ਆਪਣੀਆਂ ਵੱਡੀਆਂ ਪ੍ਰਾਪਤੀਆਂ ਨੂੰ ਛੂਹਿਆ ਹੈ, ਉਸ ਬਾਰੇ ਸਾਨੂੰ ਦਰਸ਼ਕਾਂ ਨੂੰ ਦੱਸਣਗੇ ਕਿ ਉਹਨਾਂ ਨੂੰ ਕੈਨੇਡਾ ਜਾ ਕੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਔਰ ਕਿੰਨਾ ਲੰਬਾ ਸਮਾਂ ਉੱਥੇ ਉਹਨਾਂ ਨੇ ਇਹ ਅਖਬਾਰ ਯੂਨੀਵਰਸਿਟੀ ਵਿੱਚ ਪੈਰ ਧਰਨ ਤੋਂ ਪਹਿਲਾਂ ਇਹਨਾਂ ਨੇ ਕੀ ਕੰਮ ਕੀਤੇ ਅਤੇ ਕਿਸ ਤਰ੍ਹਾਂ ਦੀਆਂ ਭਵਿੱਖ ਦੇ ਵਿੱਚ ਉੱਥੇ ਇਹਨਾਂ ਦੀਆਂ ਯੋਜਨਾਵਾਂ ਹਨ ਪੰਜਾਬੀ ਸੱਭਿਆਚਾਰ ਲਈ, ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ, ਪੰਜਾਬੀ ਪੱਤਰਕਾਰੀ ਲਈ। ਜੋ ਵੀ ਇਹਨਾਂ ਨੇ ਕੰਮ ਕੀਤਾ ਹੈ ਉਹ ਇਹਨਾਂ ਦੀ ਜ਼ਬਾਨੀ ਸਾਡੇ ਦਰਸ਼ਕ ਸੁਣਨਗੇ। ਮੈਂ ਗਰੇਵਾਲ ਸਾਹਿਬ ਨੂੰ ਪੁੱਛਾਂਗਾ ਕਿ ਤੁਸੀਂ ਕਿਹੜੇ ਸਾਲ 'ਚ ਉੱਥੇ ਗਏ, ਤੁਹਾਨੂੰ ਕੀ ਮੁਸ਼ਕਲਾਂ ਆਈਆਂ ਅਤੇ ਪੰਜਾਬੀ ਪੱਤਰਕਾਰੀ ਦਾ ਸਫ਼ਰ ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ। ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਮੈਂ ਕਿਸ ਸਮੇਂ ਉੱਥੇ ਗਿਆ। ਸਨ 1987 ਦੇ ਵਿੱਚ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਪੜ੍ਹਾਈ ਕਰ ਰਿਹਾ ਸੀਗਾ। ਉਸ ਨੂੰ ਵਿੱਚ ਹੀ ਛੱਡ ਕੇ ਮੇਰਾ ਉੱਥੇ ਜਾਣ ਦਾ ਜਿਹੜਾ ਸਬੱਬ ਬਣਿਆ। ਉਸ ਤੋਂ ਬਾਅਦ ਲਗਾਤਾਰ ਫਿਰ ਸਨ 2002 ਤੱਕ ਵੱਖਰੇ ਜਿਹੜੇ ਫੀਲਡ ਦੇ ਵਿੱਚ ਕੰਮ ਕੀਤਾ। ਫਾਰਮਾਂ ਦੇ ਵਿੱਚ ਕੰਮ ਕੀਤਾ, ਫੈਕਟਰੀਆਂ 'ਚ ਕੰਮ ਕੀਤਾ। ਕੈਨੇਡਾ ਦੀ ਫੌਜ ਦੇ ਵਿੱਚ ਭਰਤੀ ਹੋਈ ਮੇਰੀ, 3 ਸਾਲ ਮੈਂ ਉਸ ਦੇ ਵਿੱਚ ਲਾਏ। ਬਹੁਤ ਸਾਲ ਮੈਂ ਆਟੋ ਮਕੈਨਿਕਸ ਦੇ ਤੌਰ ਦੇ ਉੱਤੇ, ਡੀਜ਼ਲ ਮਕੈਨਿਕ ਦੇ ਤੌਰ ਦੇ ਉੱਤੇ ਕੰਮ ਕੀਤਾ। 1 ਜੁਲਾਈ 2002 ਤੋਂ ਜਿਹੜਾ ਇਸ ਕੈਨੇਡਾ ਦੀ ਧਰਤੀ ਦੇ ਉੱਤੇ ਪੰਜਾਬ ਤੋਂ ਬਾਹਰ ਛਪਣ ਵਾਲਾ ਪਹਿਲਾ ਰੋਜ਼ਾਨਾ ਅਖਬਾਰ ਆ ਜਿਹੜਾ ਉਸ ਦਾ ਆਗਾਜ਼ ਕੀਤਾ, ਜਿਸ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਅਤੇ ਅੱਜ ਤੱਕ ਅਸੀਂ ਉਸ ਨੂੰ ਸਕਸੈਸਫੁਲੀ ਚਲਾ ਰਹੇ ਹਾਂ। ਗਰੇਵਾਲ ਸਾਹਿਬ, ਇਹ ਦੁਨੀਆ ਦਾ ਇੱਕ ਬਹੁਤ ਸੁੰਦਰ ਸ਼ਹਿਰ ਟੋਰਾਂਟੋ, ਜਿੱਥੇ ਦੁਨੀਆ ਦੀਆਂ ਬਹੁਤ ਸਾਰੀਆਂ ਕਮਿਊਨਿਟੀਜ਼ ਵਸਦੀਆਂ ਹਨ, ਔਰ ਮੈਂ ਕਾਫੀ ਦੇਰ ਤੋਂ ਟੋਰਾਂਟੋ ਦੇ ਸੱਭਿਆਚਾਰ ਤੋਂ ਔਰ ਵਾਕਫ ਵੀ ਹਾਂ, ਔਰ ਮੈਨੂੰ ਵੀ ਜਾਣ ਦਾ ਮੌਕਾ ਮਿਲਦਾ ਰਿਹਾ। ਔਰ ਮੈਂ ਦੇਖਿਆ ਕਿ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ, ਉਸ ਟੋਰਾਂਟੋ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਹੈ, ਕੇਵਲ ਕੈਨੇਡਾ ਦਾ ਨਹੀਂ ਸਗੋਂ ਸੰਸਾਰ ਪ੍ਰਸਿੱਧ ਸਿਟੀ ਹੈ। ਉੱਥੇ ਜਾ ਕੇ ਤੁਸੀਂ ਆਰਮੀ ਵਿੱਚ ਭਰਤੀ ਹੋਏ, ਇਹ ਮੇਰੇ ਲਈ ਬੜੀ ਹੈਰਾਨੀਜਨਕ ਗੱਲ ਹੈ, ਕਿਉਂਕਿ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਵੀ ਪਤਾ ਨਹੀਂ ਹੋਵੇਗਾ ਕਿ ਕੈਨੇਡਾ ਦੀ ਫੌਜ ਦੇ ਵਿੱਚ ਅੱਜ ਤੋਂ ਇੰਨੇ ਸਾਲ ਪਹਿਲਾਂ ਤੁਹਾਨੂੰ ਮੌਕਾ ਮਿਲਿਆ ਅਤੇ ਤੁਸੀਂ ਉੱਥੋਂ ਦੀ ਫੌਜ ਵਿੱਚ ਸੇਵਾ ਕੀਤੀ। ਅਤੇ ਤੁਸੀਂ ਇਹ ਦੱਸੋ ਵੀ ਉਹ ਕੈਨੇਡਾ ਦੀ ਫੌਜ ਦੇ ਵਿੱਚ ਸਿੱਖਾਂ ਦਾ ਜੋ ਯੋਗਦਾਨ ਹੈ, ਕਦੋਂ ਤੋਂ ਇਹ ਸ਼ੁਰੂ ਹੋਇਆ ਔਰ ਕੈਨੇਡਾ ਦੀ ਫੌਜ ਵਿੱਚ ਸਿੱਖਾਂ ਨੇ ਕੀ ਸੇਵਾਵਾਂ ਕੀਤੀਆਂ ਅਤੇ ਹੁਣ ਕਿੰਨੇ ਕੁ ਸਿੱਖ ਕੈਨੇਡੀਅਨ ਫੌਜ ਵਿੱਚ ਉੱਥੇ ਕੰਮ ਕਰ ਰਹੇ ਹਨ। ਮੈਂ 1990 ਦੇ ਵਿੱਚ ਉੱਥੇ ਫੌਜ ਦੇ ਵਿੱਚ ਗਿਆ ਸੀ, ਰਿਜ਼ਰਵ ਆਰਮੀ ਦੇ ਵਿੱਚ। ਪਹਿਲਾਂ ਮੈਂ ਉੱਥੇ ਪਾਰਟ ਟਾਈਮ ਦੇ ਤੌਰ ਦੇ ਉੱਤੇ ਭਰਤੀ ਕਰਦੇ ਨੇ, ਸੋ ਟ੍ਰੇਨਿੰਗ ਲੈਣ ਤੋਂ ਬਾਅਦ ਫਿਰ ਕਾਫੀ ਸਮਾਂ ਮੈਂ ਫੁੱਲ ਟਾਈਮ ਉੱਥੇ ਫੌਜ ਦੇ ਵਿੱਚ ਰਿਹਾ। ਉਸ ਸਮੇਂ ਜਦੋਂ ਮੈਂ ਉੱਥੇ ਫੌਜ ਸੀਗਾ ਉਦੋਂ 2 ਪ੍ਰੋਬਲਮਾਂ ਸੀਗੀਆਂ। ਇੱਕ ਤਾਂ ਦਸਤਾਰ ਦੀ ਪ੍ਰੋਬਲਮ ਸੀਗੀ, ਦਸਤਾਰ ਬੰਨ੍ਹ ਕੇ ਸਾਨੂੰ ਮੌਕਾ ਨਹੀਂ ਦਿੱਤਾ ਜਾਂਦਾ ਸੀ। ਜਦੋਂ ਮੈਂ ਗੱਲ ਕੀਤੀ ਕਿ ਮੈਂ ਦਸਤਾਰ ਬੰਨ੍ਹ ਕੇ ਹੀ ਆਉਣਾ ਹੈ ਤਾਂ ਫਿਰ ਮੈਨੂੰ ਮੁਸ਼ਕਲਾਂ ਆਈਆਂ। ਸੋ ਉਸ ਤੋਂ ਬਾਅਦ ਤੇ ਦੂਸਰੀ ਜਿਹੜੀ ਉਸ ਸਮੇਂ ਆਰਮੀ ਦੀ ਇੰਨੀ ਬਾਹਲੀ ਪੁੱਛਗਿੱਛ ਨਹੀਂ ਸੀ। ਮੈਂ ਇੱਥੋਂ ਮੇਰੇ ਫਾਦਰ ਸਾਹਿਬ ਕੈਪਟਨ ਰਿਟਾਇਰ ਹੋਏ ਨੇ, ਬ੍ਰਦਰ ਮੇਰਾ ਇਸ ਸਮੇਂ ਕਰਨਲ ਹੈ ਆਰਮੀ ਦੇ ਵਿੱਚ, ਸੋ ਇੱਕ ਆਰਮੀ ਵਾਲੇ ਪਰਿਵਾਰ 'ਚੋਂ ਗਿਆ ਸੀ ਅਤੇ ਉਹੀ ਸ਼ੌਕ ਨੂੰ ਉੱਥੇ ਬਰਕਰਾਰ ਰੱਖਿਆ। ਉੱਥੇ ਜਿਹੜੀ ਉਦੋਂ ਤਨਖਾਹ ਦਿੰਦੇ ਸੀਗੇ ਤਾਂ ਸਿਰਫ $70 ਤੁਹਾਨੂੰ ਦਿਹਾੜੀ ਦੇ ਦਿੰਦੇ ਸੀ ਅਤੇ 24 ਘੰਟੇ ਤੁਸੀਂ ਉੱਥੇ ਰਹਿਣਾ ਹੁੰਦਾ ਸੀਗਾ। ਪਰ ਜਦੋਂ ਦੀ ਇਰਾਕ ਦੀ ਵਾਰ ਲੱਗੀ ਹੈ, ਉਸ ਤੋਂ ਬਾਅਦ ਫੌਜ ਦੀ ਜਿਹੜੀ ਤਨਖਾਹ ਹੈ ਬਹੁਤ ਵਧਾਈ ਗਈ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਿੱਖਾਂ ਨੂੰ ਵੀ ਭਰਤੀ ਕਰਨਾ ਸ਼ੁਰੂ ਕੀਤਾ। ਹੁਣ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਕੈਡਿਟਸ ਕਾਰਪਸ ਜਿਹੜੇ ਉਹ ਬਣੇ ਹੋਏ ਨੇ। ਬਹੁਤ ਸਾਰੇ ਜਿਹੜੇ ਸਿੱਖ ਬੱਚੇ ਨੇ ਦਸਤਾਰਾਂ ਸਮੇਤ ਅਤੇ ਦਾੜੇ ਪ੍ਰਕਾਸ਼ ਕਰਕੇ ਇਸ ਆਰਮੀ ਨੂੰ ਜੁਆਇਨ ਕਰ ਰਹੇ ਨੇ। ਸਾਡੇ ਕਰਨਲ ਨੇ ਉੱਥੇ ਸੱਜਣ ਸਿੰਘ ਹੋਣੀ ਬ੍ਰਿਟਿਸ਼ ਕੋਲੰਬੀਆ ਤੋਂ, ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ ਬਹੁਤ ਅੱਛੀਆਂ ਸੇਵਾਵਾਂ ਨਿਭਾਈਆਂ ਨੇ ਅਤੇ ਸਿੱਖਾਂ ਦਾ ਜਿਹੜਾ ਨਾਂ ਰੌਸ਼ਨ ਕੀਤਾ ਹੈ। ਈਵਨ ਸਾਡੇ ਟੋਰਾਂਟੋ ਦੇ ਵਿੱਚ ਬਹੁਤ ਸਾਰੇ ਜਿਹੜੇ ਮੁੰਡੇ ਨੇ ਇਹ ਸਿੱਖੀ ਸਰੂਪ ਦੇ ਵਿੱਚ ਉੱਥੇ ਕੈਨੇਡੀਅਨ ਆਰਮੀ ਦੇ ਵਿੱਚ ਜਾ ਰਹੇ ਨੇ। ਇਹ ਬੜੀ ਜਿੱਥੇ ਖੁਸ਼ੀ ਵਾਲੀ ਗੱਲ ਹੈ, ਉੱਥੇ ਹੈਰਾਨੀ ਵਾਲੀ ਗੱਲ ਵੀ ਹੈ, ਜਿਸ ਦਾ ਬਹੁਤ ਲੋਕਾਂ ਨੂੰ ਪਤਾ ਵੀ ਨਹੀਂ ਕਿ ਉੱਥੋਂ ਦੀਆਂ ਆਰਮਡ ਫੋਰਸਿਸ ਦੇ ਵਿੱਚ, ਪੁਲਿਸ ਦੇ ਵਿੱਚ, ਸਾਡੇ ਸਿੱਖੀ ਸਰੂਪ ਦੇ ਵਿੱਚ ਦਸਤਾਰਾਂ ਵਾਲੇ ਨੌਜਵਾਨ ਜੋ ਹਨ ਉਹ ਆਰਮੀ ਵਿੱਚ ਸਰਵਿਸ ਕਰ ਰਹੇ ਹਨ। ਤੁਸੀਂ ਸਾਨੂੰ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਔਰ ਤੁਸੀਂ ਜੋ ਉੱਥੇ ਜਾ ਕੇ ਸੰਘਰਸ਼ ਕੀਤਾ ਆਪਣਾ ਕੈਰੀਅਰ ਸ਼ੁਰੂ ਕਰਨ ਲਈ, ਤੁਹਾਨੂੰ ਬਹੁਤ ਥੱਲਵੇਂ ਲੈਵਲ ਤੋਂ ਕੰਮ ਕਰਨਾ ਪਿਆ। ਇਹ ਵੀ ਇੱਕ ਬਹੁਤ
ਮਿਸਾਲ ਵਾਲੀ ਗੱਲ ਹੈ ਔਰ ਅੱਜ ਦੇ ਨੌਜਵਾਨਾਂ ਨੂੰ ਇਸ ਦੀ ਇੱਕ ਮਿਸਾਲ ਉਦਾਹਰਨ ਦੇਣੀ ਚਾਹੀਦੀ ਹੈ ਕਿ ਗਰੇਵਾਲ ਸਾਹਿਬ ਨੇ ਕਿਸ ਤਰ੍ਹਾਂ ਜਾ ਕੇ ਉੱਥੇ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਅਤੇ ਕਿਸ ਤਰ੍ਹਾਂ ਪੱਤਰਕਾਰੀ ਵਿੱਚ ਤੁਸੀਂ ਸ਼ਾਮਲ ਹੋਏ। ਕਿਉਂਕਿ ਮੈਂ ਵੀ ਤੁਹਾਡੇ ਵਾਂਗ ਮੈਂ ਵੀ ਬਚਪਨ ਤੋਂ ਇਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਅਤੇ ਫਿਰ ਮੈਂ ਵੀ ਇੰਜੀਨੀਅਰ ਬਣਿਆ ਔਰ ਇੰਜੀਨੀਅਰ ਬਣਨ ਤੋਂ ਬਾਅਦ ਮੈਂ ਇੰਜੀਨੀਅਰ ਰਿਹਾ ਵੀ ਔਰ ਫਿਰ ਮੈਂ ਪੱਤਰਕਾਰੀ ਵਿੱਚ ਆਇਆ ਔਰ ਇਹ ਮੇਰੀ ਕੋਈ 45 ਸਾਲ ਦੀ ਲੰਬੀ ਜੋ ਪੱਤਰਕਾਰੀ ਦੇ ਜੀਵਨ ਯਾਤਰਾ ਹੈ ਉਸ ਦੇ ਵਿੱਚ ਮੈਂ ਸਮਝਦਾ ਹਾਂ ਕਿ ਜਿਹੜੇ ਲੋਕ ਮਿਹਨਤ ਕਰਕੇ ਆਪਣੇ ਬਲਬੂਤੇ ਔਰ ਆਪਣੀ ਕਾਬਲੀਅਤ ਦੇ ਨਾਲ ਔਰ ਆਪਣੇ ਕੰਪੀਟੈਂਸੀ ਦੇ ਨਾਲ ਪੱਤਰਕਾਰੀ ਵਿੱਚ ਆਉਂਦੇ ਹਨ ਉਹਨਾਂ ਨੂੰ ਸਫਲਤਾ ਮਿਲਦੀ ਹੈ। ਤੁਸੀਂ ਸਫਲ ਹੋਏ, ਕੈਨੇਡੀਅਨ ਪੋਸਟ ਪੰਜਾਬੀ ਦਾ ਅਖਬਾਰ ਸ਼ੁਰੂ ਕੀਤਾ ਔਰ ਕੈਨੇਡਾ ਵਿੱਚ ਡੇਲੀ ਪੰਜਾਬੀ ਦਾ ਅਖਬਾਰ ਇੱਕ ਸੁਪਨਾ ਸੀ ਕਿ ਵਿਦੇਸ਼ਾਂ ਦੀ ਧਰਤੀ ਉੱਤੇ ਡੇਲੀ ਅਖਬਾਰ ਪੰਜਾਬੀ ਦਾ ਕਿਵੇਂ ਚੱਲੇ ਜਾਏਗਾ। ਤੁਸੀਂ ਕਾਮਯਾਬੀ ਨਾਲ ਉਸ ਨੂੰ ਚਲਾਇਆ। ਤੁਹਾਡੇ ਕੀ ਤਜਰਬੇ ਨੇ ਪੰਜਾਬੀ ਦਾ ਅਖਬਾਰ ਸ਼ੁਰੂ ਕਰਨ ਤੋਂ ਬਾਅਦ? ਕੀ ਤੁਸੀਂ ਪਹਿਲਾਂ ਇਸ ਨੂੰ ਸਿੱਧਾ ਹੀ ਡੇਲੀ ਸ਼ੁਰੂ ਕਰ ਦਿੱਤਾ ਸੀ ਜਾਂ ਪਹਿਲਾਂ ਸਪਤਾਹਿਕ ਜਾਂ ਕਿਸੇ ਹੋਰ ਰੂਪ ਵਿੱਚ ਇਸ ਨੂੰ ਸ਼ੁਰੂ ਕੀਤਾ ਸੀ? ਪਹਿਲਾਂ ਮੈਂ ਕੁਝ ਸਮਾਂ ਪੰਜ ਪਾਣੀ ਅਖਬਾਰ ਉੱਤੇ ਹਫ਼ਤਾਵਾਰੀ ਛਪਦਾ ਹੈ, ਉਸ ਦਾ ਮੈਨੂੰ ਉਹਨਾਂ ਨੇ ਐਜ਼ ਏ ਆਨਰਰੀ ਐਡੀਟਰ ਕਹਿ ਲਓ ਉਹ ਥਾਪਿਆ। ਅਤੇ ਕਿਉਂਕਿ ਮੈਂ ਇੱਕ ਕਮਿਊਨਿਟੀ ਦੇ ਵਿੱਚ ਐਕਟਿਵਿਸਟ ਦੇ ਤੌਰ ਦੇ ਉੱਤੇ ਵਿਚਰ ਰਿਹਾ ਸੀ। ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਸੋਸ਼ਲ ਕੰਮ ਆ ਜਿਹੜੇ ਉਹ ਮੈਂ ਕਰਦਾ ਸੀ ਲਗਾਤਾਰ, ਭਾਵੇਂ ਉਹ ਆਪਣੇ ਫੋਕ ਡਾਂਸ ਭੰਗੜੇ ਨੂੰ ਪ੍ਰੀਜ਼ਰਵ ਕਰਨ ਜਾਂ ਫਿਰ ਗਿੱਧੇ ਨੂੰ ਗਿੱਧੇ ਨੂੰ ਪ੍ਰਫੁੱਲਤ ਕਰਨ ਦੀ ਗੱਲਬਾਤ ਹੋਵੇ, ਬੋਲੀ ਨੂੰ ਪ੍ਰੀਜ਼ਰਵ ਕਰਨ ਦੀ ਗੱਲਬਾਤ ਹੋਵੇ ਜਾਂ ਫਿਰ ਹੋਰ ਚੈਰਿਟੀ ਦੇ ਕੰਮ ਹੋਣ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਸੀਗਾ। ਸੋ ਐਕਟਿਵ ਹੁੰਦੇ ਹੁੰਦੇ ਮੇਰਾ ਅਖਬਾਰਾਂ ਵਾਲਿਆਂ ਦੇ ਨਾਲ ਬਾਹ ਪੈਂਦਾ ਰਹਿੰਦਾ ਸੀ। ਅਤੇ ਜਦੋਂ ਪੰਜ ਪਾਣੀ ਅਖਬਾਰ ਅਤੇ ਜਿਹੜੇ ਬਾਨੀ ਸੰਪਾਦਕ ਸਨ ਉਹ ਉਹਨੂੰ ਛੱਡ ਕੇ ਜਾ ਰਹੇ ਸੀ, ਉਹ ਕਹਿੰਦੇ ਤੁਸੀਂ ਇਹਨੂੰ ਸੰਭਾਲ ਸਕਦੇ ਹੋ, ਜਿੰਨੀ ਮਿਹਨਤ ਤੁਸੀਂ ਕਮਿਊਨਿਟੀ 'ਚ ਕਰ ਸਕਦੇ ਹੋ ਅਤੇ ਤੁਸੀਂ ਇਸ ਨੂੰ ਸੰਭਾਲੋ। ਪਰ ਮੈਂ 1.5 ਕੁ ਸਾਲ ਉਹਨਾਂ ਦੇ ਨਾਲ ਕੰਮ ਕੀਤਾ, ਅਸਿਸਟੈਂਟ ਦੇ ਤੌਰ 'ਤੇ ਕੰਮ ਕੀਤਾ ਜੋਗਿੰਦਰ ਸਿੰਘ ਗਰੇਵਾਲ ਉਹਨਾਂ ਨੇ। ਉਸ ਤੋਂ ਬਾਅਦ ਫਿਰ 1 ਜੁਲਾਈ 2002 ਨੂੰ ਇਹ ਜਿਹੜਾ ਰੋਜ਼ਾਨਾ ਅਖਬਾਰ ਹੈ ਇਸ ਦੀ ਸ਼ੁਰੂਆਤ ਕੀਤੀ। ਇਸ ਦੀ ਸ਼ੁਰੂਆਤ ਪਿੱਛੇ ਮੈਨੂੰ ਟੋਰਾਂਟੋ ਦੇ ਵਿੱਚ ਕੋਈ ਵੀ ਜਿਸ ਦਿਨ ਅਸੀਂ ਇਹ ਲਾਂਚ ਕੀਤਾ ਕਿਸੇ ਵੀ ਇੱਕ ਵਿਅਕਤੀ ਨੇ ਆ ਕੇ ਮੇਰੇ ਕੰਨ 'ਚ ਇਹ ਨਹੀਂ ਕਿਹਾ ਸੀ ਕਿ ਤੂੰ ਚੰਗਾ ਕੰਮ ਕਰ ਰਿਹਾ। ਸਾਰੇ ਹੀ ਕਹਿ ਰਹੇ ਸਨ ਕਿ ਜਿਹੜਾ ਇਹ ਡੇਲੀ ਅਖਬਾਰ ਇੱਥੇ ਵਾਇਬਲ ਨਹੀਂ ਹੈ, ਇਹ ਤਾਂ ਤੂੰ ਚੱਲਣਾ ਨਹੀਂ ਗਾ, ਤੂੰ ਜਿੰਨੇ ਹੁਣ ਤੱਕ ਕਮਾਏ ਨਹੀਂ ਸਾਰੇ ਡੁੱਬੇਗਾ। ਪਰ ਉਸ ਦਿਨ ਇੱਕ ਮੈਂ ਇਹ ਨਿੱਠ ਲਿਆ ਸੀ ਆਪਣੇ ਨਾਲ ਕਿ ਅੱਜ ਕੋਈ 400-500 ਦਾ ਇਕੱਠ ਸੀ ਜਦੋਂ ਇਸ ਨੂੰ ਲਾਂਚ ਕੀਤਾ ਕਿ ਅੱਜ ਇੰਨੇ ਬੰਦੇ ਮੈਨੂੰ ਕਹਿ ਗਏ ਨੇ ਕਿ ਚੈਲੰਜ ਕਰ ਗਏ ਨੇ ਕਿ ਤੂੰ ਚਲਾ ਨਹੀਂ ਸਕਦਾ, ਪਰ ਭਾਵੇਂ ਕੁਛ ਵੀ ਹੋ ਜਾਵੇ ਮੈਂ ਇਹਨੂੰ ਚਲਾਉਣਾ। ਅਤੇ ਉਸ ਜਿੱਦ ਨੇ, ਉਸ ਹੱਠ ਨੇ ਅੱਜ ਇਸ ਅਖਬਾਰ ਦੇ 12 ਸਾਲ ਪੂਰੇ ਕਰਕੇ ਅਤੇ ਹੁਣ ਬੜਾ ਕਾਮਯਾਬੀ ਦੇ ਨਾਲ ਚੱਲ ਰਿਹਾ। ਮੈਨੂੰ ਖੁਸ਼ੀ ਹੁੰਦੀ ਹੈ ਇਸ ਅਖਬਾਰ ਦੇ ਬਾਰੇ ਦੇ ਵਿੱਚ ਕਿ ਜਦੋਂ ਸਾਡੇ ਉੱਥੇ ਟੋਰਾਂਟੋ ਦੀ ਇੱਕ ਬੜੀ ਤਕੜੀ ਯੂਨੀਵਰਸਿਟੀ ਹੈ ਰਾਇਟਸਨ ਯੂਨੀਵਰਸਿਟੀ, ਉਹਦਾ ਜਰਨਲਿਜ਼ਮ ਦਾ ਜਿਹੜਾ ਡਿਪਾਰਟਮੈਂਟ ਆ ਉਹ ਸਾਡੇ ਅਖਬਾਰ ਦੀ ਲਗਾਤਾਰ ਜਿਹੜਾ ਕੰਪੈਰੀਜ਼ਨ ਕਰਦਾ ਕੈਨੇਡਾ ਦੇ ਜਿਹੜੇ ਨੈਸ਼ਨਲ ਅਖਬਾਰ ਨੇ ਉਹਨਾਂ ਦੇ ਬਾਰੇ 'ਚ ਕਰਦਾ। ਈਵਨ ਨੈਸ਼ਨਲ ਜਿਹੜੇ ਉੱਥੋਂ ਦੇ ਨਿਊਜ਼ਪੇਪਰ ਨੇ ਉਹ ਵੀ ਗੱਲ ਕਰਦੇ ਨੇ ਜਦੋਂ ਕਿ ਵਾਈ ਆਟਵਾ ਲਿਸਨਸ ਟੂ ਦੀਜ਼ ਐਥਨਿਕ ਨਿਊਜ਼ਪੇਪਰਸ। ਸੋ ਉੱਦਾਂ ਦੇ ਆਰਟੀਕਲ ਛਾਪਦੇ ਨੇ ਔਰ ਇਸ ਦਾ ਕੰਪੈਰੀਜ਼ਨ ਇੱਕ ਹੁਣ ਉੱਥੋਂ ਦੇ ਮੇਨ ਸਟ੍ਰੀਮ ਅਖਬਾਰਾਂ ਨਾਲ ਇਹ ਕਹਿ ਕੇ ਹੁੰਦਾ ਕਿ ਦਿਸ ਇਜ਼ ਦ ਨਿਊ ਮੇਨ ਸਟ੍ਰੀਮ। ਜੀ, ਤੁਸੀਂ ਗਰੇਵਾਲ ਸਾਹਿਬ ਇਹ ਚੈਲੰਜ ਨੂੰ ਪ੍ਰਵਾਨ ਕੀਤਾ ਔਰ ਇਸ ਨੂੰ ਪੂਰਾ ਕਰਕੇ ਦਿਖਾਇਆ ਔਰ ਇਸ ਦੇ ਵਿੱਚ ਤੁਹਾਡੇ ਬਹੁਤ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋੜੇ ਤਜਰਬੇ ਵੀ ਹੋਏ ਹੋਣਗੇ, ਲੇਕਿਨ ਇੱਕ ਗੱਲ ਤਾਂ ਸਪਸ਼ਟ ਹੈ ਕਿ ਇੱਕ ਆਦਰਸ਼ਕ ਇਨਸਾਨ, ਇੱਕ ਨਿਸ਼ਠਾ ਵਾਲਾ ਇਨਸਾਨ ਹੀ ਇਤਨਾ ਵੱਡਾ ਕੰਮ ਕਰ ਸਕਦਾ ਹੈ। ਕਿਉਂਕਿ ਜਦੋਂ ਮੈਂ ਵੀ ਅਖਬਾਰ ਸ਼ੁਰੂ ਕੀਤਾ ਸੀ ਡੇਲੀ ਵੀਕਲੀ ਤੋਂ, ਤਾਂ ਮੈਨੂੰ ਵੀ ਇਹੀ ਕਿਹਾ ਗਿਆ ਸੀ ਕਿ ਤੂੰ ਬਰਬਾਦ ਹੋ ਜਾਏਗਾ ਅਤੇ ਤੂੰ ਇਹ ਨਹੀਂ ਚਲਾ ਸਕੇਗਾ। ਲੇਕਿਨ ਅਸੀਂ ਜਵਾਨੀ ਦੀ ਉਮਰ ਦੇ ਵਿੱਚ ਇਸ ਪੇਸ਼ੇ ਵਿੱਚ ਆਏ ਔਰ ਅਸੀਂ ਵੀ ਉਸ ਚੈਲੰਜ ਨੂੰ ਕਬੂਲ ਕੀਤਾ। ਜੇ ਮਿਹਨਤ ਵੱਲੋਂ ਅਸੀਂ ਕਸਰ ਨਹੀਂ ਛੱਡੀ, ਤੁਸੀਂ ਕਸਰ ਨਹੀਂ ਛੱਡੀ ਔਰ ਪਰਮਾਤਮਾ ਨੇ ਵੀ ਤੁਹਾਡੀ ਮਦਦ ਕੀਤੀ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਿੱਖਾਂ ਨੇ, ਖਾਸ ਕਰਕੇ ਟੋਰਾਂਟੋ ਦੇ ਵਿੱਚ ਪੰਜਾਬੀਆਂ ਨੇ ਉੱਥੇ ਜਿਸ ਤਰ੍ਹਾਂ ਹਰ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਬੜੇ ਸੁੰਦਰ ਉੱਥੇ ਗੁਰਦੁਆਰਾ ਸਾਹਿਬ ਕਾਇਮ ਕੀਤੇ ਔਰ ਜਿਹੜੀਆਂ ਆਪਣੀਆਂ ਸੱਭਿਆਚਾਰਕ ਗਤੀਵਿਧੀਆਂ ਨੇ, ਆਪਣਾ ਪੰਜਾਬ ਦਾ ਸ਼ਾਨਦਾਰ ਵਿਰਸਾ ਹੈ ਜਾਂ ਸਾਡੇ ਸਿੱਖ ਗੁਰੂਆਂ ਦੀ ਜਿਹੜੀ ਸਾਡੇ ਕੋਲ ਵਿਰਾਸਤ ਹੈ ਉਸ ਨੂੰ ਵੀ ਸੰਭਾਲ ਕੇ ਰੱਖਿਆ। ਉਹਨਾਂ ਲੋਕਾਂ ਨੇ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਦਿੱਤਾ ਔਰ ਕਿਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਨੇਪਰੇ ਚਾੜਨ ਦੇ ਯੋਗ ਹੋਏ? ਮੈਂ ਸਮਝਦਾ ਹਾਂ ਜੇ ਸਾਡੀ ਕਮਿਊਨਿਟੀ, ਸਾਡੀ ਕੌਮ ਦੇ ਲੋਕ, ਸਾਡੇ ਭਾਈਚਾਰੇ ਦੇ ਲੋਕ ਸਾਡਾ ਸਾਥ ਨਾ ਦੇਣ ਤਾਂ ਇਤਨਾ ਵੱਡਾ ਕਾਰਜ ਕਦੇ ਵੀ ਨਹੀਂ ਕੀਤਾ ਜਾ ਸਕਦਾ। ਤਾਂ ਇਸ ਬਾਰੇ ਤੁਹਾਡਾ ਕੀ ਐਕਸਪੀਰੀਅੰਸ ਹੈ? ਸੋਸਾਇਟੀ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ? ਸੋਸਾਇਟੀ ਵੱਲੋਂ ਬਹੁਤ ਅੱਛਾ ਮੈਨੂੰ ਹੁੰਗਾਰਾ ਰਿਹਾ, ਚਾਹੇ ਸਾਡੇ ਜਿੰਨੇ ਧਾਰਮਿਕ ਅਦਾਰੇ ਸਨ ਉਹਨਾਂ ਵੱਲੋਂ ਔਰ ਜਿੰਨੇ ਸਾਡੇ ਸੋਸ਼ਲ ਆਰਗੇਨਾਈਜੇਸ਼ਨ ਸਨ ਉਹਨਾਂ ਵੱਲੋਂ, ਕਿਉਂਕਿ ਮੈਂ ਕਿਸੇ ਇੱਕ ਧਿਰ ਦਾ ਹੋ ਕੇ ਨਹੀਂ ਵਿਚਰਿਆ। ਮੈਂ ਹਰ ਕਿਸੇ ਨੂੰ ਬਰਾਬਰ ਰੱਖ ਕੇ ਨਿਊਜ਼ ਐਜ਼ ਐਰੇਜ਼ ਅਤੇ ਪਲੱਸ ਜਿਹੜਾ ਆਪਣਾ ਓਪੀਨੀਅਨ ਹੈ ਉਹ ਵੱਖਰਾ ਉਹ ਰੱਖ ਕੇ ਚੱਲਦਾ ਰਿਹਾ ਵਾਂ।
ਔਰ ਇਸ ਲਈ ਮੈਨੂੰ ਮਾਣ ਹੈ ਕਿ ਇੱਕ ਓਪੀਨੀਅਨ ਬਿਲਡਰ ਦਾ ਜਿਹੜਾ ਮਾਣ ਹਾਸਲ ਹੈ ਮੈਨੂੰ ਕਿ ਟੋਰਾਂਟੋ ਦੇ ਵਿੱਚ ਜਦੋਂ ਵੀ ਕੋਈ ਕੰਮ ਹੁੰਦਾ ਹੈ, ਚਾਹੇ ਉਹ ਪੋਲੀਟੀਕਲ ਪਾਰਟੀਆਂ ਨੇ ਜਾਂ ਸੋਸ਼ਲ ਗੈਦਰਿੰਗਸ ਨੇ, ਉਹਦੇ 'ਚ ਇੱਕ ਓਪੀਨੀਅਨ ਬਣਾਉਣ ਦੇ ਵਿੱਚ, ਆਮ ਜਨਤਾ ਦਾ ਇੱਕ ਓਪੀਨੀਅਨ ਬਣਾਉਣ ਦੇ ਵਿੱਚ ਇਸ ਅਖਬਾਰ ਦਾ ਜਿਹੜਾ ਯੋਗਦਾਨ ਉਹ ਹੋ ਰਿਹਾ ਹੈ। ਸੋ ਇਸ ਲਈ ਮੈਂ ਜਦੋਂ ਪਹਿਲੀ ਪ੍ਰਿੰਟਿੰਗ, ਮੈਂ ਨਾਲ ਇਹ ਵੀ ਦੱਸਦਾ ਕਿ ਜਿੱਥੇ ਡੇਲੀ ਅਖਬਾਰ ਸ਼ੁਰੂ ਕੀਤਾ ਕਿ ਮੈਂ ਪਹਿਲਾ ਉਹ ਵਿਅਕਤੀ ਹਾਂ ਜਿਸ ਨੇ ਆਪਣਾ ਅਖਬਾਰ ਚਲਾ ਕੇ ਨਾਲ ਆਪਣੀ ਪ੍ਰਿੰਟਿੰਗ ਪ੍ਰੈਸ ਵੀ ਲਾਈ। ਸੋ ਜਿਹੜੀ ਪਹਿਲੀ ਪ੍ਰਿੰਟਿੰਗ ਪ੍ਰੈਸ ਲਾਈ ਸੀਗੀ ਉਹ ਮੈਂ ਉਹਦੀ ਪ੍ਰਿੰਟਿੰਗ ਠੀਕ ਨਹੀਂ ਸੀ, ਪਰ ਫਿਰ ਵੀ ਲੋਕਾਂ ਨੇ ਇੰਨਾ ਮਾਣ ਸਤਿਕਾਰ ਦਿੱਤਾ ਕਿ ਉਸ ਨੂੰ ਭਾਵੇਂ ਪ੍ਰਿੰਟਿੰਗ ਉਹਦੀ ਮਾੜੀ ਸੀ ਪਰ ਅਖਬਾਰ ਨੂੰ ਪੂਰਾ ਸਹਿਯੋਗ ਦਿੱਤਾ ਤੇ ਉਹ ਚੱਲਦਾ ਰਿਹਾ। ਤੋ ਗਰੇਵਾਲ ਸਾਹਿਬ, ਇਹ ਗੱਲ ਬੜੀ ਕਮਾਲ ਦੇ ਇੱਕ ਸੰਦਰਭ ਵਿੱਚ ਦੇਖੀ ਜਾ ਰਹੀ ਹੈ ਕਿ ਸਿੱਖੀ ਦਾ ਪਿਆਰ ਜੋ ਹੈ, ਸਿੱਖੀ ਦਾ ਰਿਸ਼ਤਾ ਜੋ ਹੈ, ਖਾਸ ਕਰਕੇ ਪੰਜਾਬੀਅਤ ਦਾ ਔਰ ਮਾਂ ਬੋਲੀ ਪੰਜਾਬੀ ਦਾ ਜੋ ਰਿਸ਼ਤਾ ਹੈ, ਉਸ ਤੋਂ ਵੱਡਾ ਰਿਸ਼ਤਾ ਕੋਈ ਨਹੀਂ। ਇਹ ਇੱਕ ਸੱਕੀ ਰਿਸ਼ਤੇਦਾਰੀ ਤੋਂ ਵੀ ਜ਼ਿਆਦਾ ਪਿਆਰ ਵਾਲਾ ਰਿਸ਼ਤਾ ਹੈ ਕਿ ਜਦੋਂ ਵਿਚਾਰਧਾਰਾ ਦੀ ਸਾਂਝ ਅਸੀਂ ਆਪਣੀ ਕੌਮ ਦੇ ਬੰਦਿਆਂ ਨਾਲ ਪਾਉਂਦੇ ਹਾਂ ਤਾਂ ਵਿਚਾਰਧਾਰਾ ਦੀ ਸਾਂਝ ਵਾਲੇ ਲੋਕ ਤੁਹਾਡੇ ਆਪਣੇ ਰਿਸ਼ਤੇਦਾਰ ਵੀ ਬਣ ਜਾਂਦੇ ਹਨ, ਦੋਸਤ ਵੀ ਬਣ ਜਾਂਦੇ ਹਨ, ਮਦਦਗਾਰ ਵੀ ਬਣ ਜਾਂਦੇ ਹਨ, ਅਤੇ ਉਹਨਾਂ ਦੀ ਮਦਦ ਜੋ ਹੈ ਸਾਨੂੰ ਸਫਲਤਾ ਦੀ ਟੀਸੀ ਉੱਤੇ ਲੈ ਜਾਂਦੀ ਹੈ। ਕਿਉਂਕਿ ਅਖਬਾਰ ਬਹੁਤ ਸਾਰੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸਾਰੇ ਮਸਲਿਆਂ ਨੂੰ ਉਹ ਡੀਲ ਕਰਦਾ ਹੈ, ਭਾਵੇਂ ਉਹ ਸਾਡੀ ਕੌਮ ਦੇ ਰੋਜ਼ਮਰਰਾ ਦੇ ਮਸਲੇ ਹਨ ਜਾਂ ਸਾਡੇ ਧਾਰਮਿਕ ਮਸਲੇ ਹਨ ਜਾਂ ਸਾਡੀਆਂ ਸੱਭਿਆਚਾਰਕ ਲੋੜਾਂ ਹਨ ਜਾਂ ਸਾਡੀ ਭੁੱਖ ਹੈ ਗੁਰਬਾਣੀ ਦੀ, ਸਾਡੇ ਵਿੱਚ ਗੁਰੂਆਂ ਪ੍ਰਤੀ ਸ਼ਰਧਾ ਹੈ। ਇਸ ਤਰ੍ਹਾਂ ਦੀਆਂ ਜੋ ਵੱਖ-ਵੱਖ ਸਾਡੀਆਂ ਕੌਮ ਦੀਆਂ ਭਾਵਨਾਵਾਂ ਨੇ, ਉਹਨਾਂ ਨੂੰ ਜਦੋਂ ਅਖਬਾਰ ਇਸ ਪੂਰੀ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਦੀ ਸ਼ਖਸੀਅਤ ਵੀ ਬਹੁਤ ਵੱਖਰੀ ਬਣ ਜਾਂਦੀ ਹੈ। तो तुसी ये सारा काम करके एक बड़ी वड्डी प्रतिभा दे, एक बड़ी वड्डी शख्सियत दे मालक भी बने हो, जिस करके आज टोरांटो दे लोग तुहानू प्यार करते हैं ਅਤੇ सियासी खेत्र ਦੇ ਵਿੱਚ ਵੀ ਉਹ ਤੁਹਾਡੇ ਤੋਂ ਬੜੀਆਂ ਉਮੀਦਾਂ ਅਤੇ ਆਸਾਂ ਰੱਖਦੇ ਹਨ ਕਿ ਗਰੇਵਾਲ ਸਾਹਿਬ ਆਪਣੀ ਲਾਈਫ ਦੇ ਤਜਰਬੇ ਨਾਲ, ਆਪਣੇ ਪੱਤਰਕਾਰੀ ਦੇ ਰਸੂਖ ਦੇ ਨਾਲ, ਸੁਸਾਇਟੀ ਦੇ ਵਿੱਚ ਜੋ ਤੁਸੀਂ ਆਪਣਾ ਰਸੂਖ ਬਣਾਇਆ, ਪ੍ਰਭਾਵ ਬਣਾਇਆ, ਉਸ ਨਾਲ ਤੁਸੀਂ ਉੱਥੋਂ ਦੇ ਸਿਆਸੀ ਖੇਤਰ ਵਿੱਚ ਵੀ ਕੋਈ ਅੱਗੋਂ ਭਵਿੱਖ ਦੇ ਵਿੱਚ ਸੇਵਾ ਕਰ ਸਕੋਗੇ। ਕਿਉਂਕਿ ਮੈਂ ਸਮਝਦਾ ਹਾਂ ਪੱਤਰਕਾਰ ਜਦੋਂ ਨਿਊਟਰਲ ਹੋ ਕੇ ਕਿਸੇ ਪਾਰਟੀ ਨਾਲ ਅਲਾਇੰਸ ਤੋਂ ਉੱਤੇ ਹੋ ਕੇ ਕੰਮ ਕਰਦਾ ਹੈ ਤਾਂ ਉਸ ਨੂੰ ਸਮਾਜ ਤੋਂ ਮਾਣ, ਸਤਿਕਾਰ ਅਤੇ ਪਿਆਰ ਵੀ ਪ੍ਰਾਪਤ ਹੁੰਦਾ ਹੈ। ਤੁਸੀਂ ਕਿਉਂਕਿ ਇੰਡੀਪੈਂਡੈਂਟ ਰਹੇ ਔਰ ਤੁਸੀਂ ਕਦੇ ਮਤਲਬ ਕਿ ਬਾਇਸਡ ਨਹੀਂ ਹੋਏ, ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਮੈਂ ਸਮਝਦਾ ਹਾਂ ਕਿ ਤੁਸੀਂ ਆਜ਼ਾਦ ਅਤੇ ਨਿਰਪੱਖ ਪੱਤਰਕਾਰ ਦੇ ਤੌਰ ਦੇ ਉੱਤੇ ਕੰਮ ਕੀਤਾ, ਜਿਸ ਸਦਕਾ ਤੁਸੀਂ ਕਾਮਯਾਬ ਹੋਏ, ਜਿਸ ਸਦਕਾ ਤੁਹਾਡੀ ਹਰਮਨਪ੍ਰੀਤਾ ਹੋਈ ਅਤੇ ਲੋਕ ਤੁਹਾਡੀਆਂ ਵੱਲ ਆਪਣੀਆਂ ਨਜ਼ਰਾਂ ਨਾਲ ਦੇਖ ਰਹੇ ਹਨ ਅਤੇ ਤੁਹਾਡੇ ਤੋਂ ਬਹੁਤ ਸਾਰੀਆਂ ਆਸਾਂ ਅਤੇ ਉਮੀਦਾਂ ਰੱਖਦੇ ਹਨ। ਤੁਸੀਂ ਉਹਨਾਂ ਆਸਾਂ ਅਤੇ ਉਮੀਦਾਂ ਉੱਤੇ ਪੂਰਾ ਉਤਰਨ ਲਈ ਕਿਸ ਤਰ੍ਹਾਂ ਦਾ ਫਿਊਚਰ ਦੇ ਵਿੱਚ ਆਪਣਾ ਪਲਾਨ ਰੱਖਦੇ ਹੋ ਕਿ ਤੁਸੀਂ ਆਪਣੀ ਕੌਮ ਦੇ ਲੋਕਾਂ ਦੀ ਕਿਸ ਤਰ੍ਹਾਂ ਹੋਰ ਵਧੇਰੇ ਢੰਗ ਦੇ ਨਾਲ ਅਖਬਾਰ ਤੋਂ ਜੋ ਤੁਸੀਂ ਪ੍ਰਾਪਤੀਆਂ ਕੀਤੀਆਂ ਹਨ ਉਹਨਾਂ ਸਾਧਨਾਂ ਨਾਲ ਤੁਸੀਂ ਕਿਸ ਤਰ੍ਹਾਂ ਦਾ ਕੰਮ ਆਪਣੇ ਫਿਊਚਰ ਵਿੱਚ ਕਰੋਗੇ? ਤੋ ਅਖਬਾਰ ਦੇ ਰਾਹੀਂ ਕਾਫੀ ਜਿਹੜਾ ਕੌਮ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਜੇ ਅੱਜ ਉੱਥੇ ਅਸੀਂ ਮਾਣ ਨਾਲ ਪੜ੍ਹਦੇ ਹਾਂ, ਸਾਡੇ ਸਿੱਖ ਕਿਡਜ਼ ਹਸਪੀਟਲ ਹੈ, ਉਹਦੇ 'ਤੇ ਸਿੱਖ ਸੰਗਤ ਦਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਹੋਇਆ ਹੈ। ਸੋ ਉਹਦੇ ਲਈ ਬੜੀ ਵੱਡੀ ਸਾਡੀ ਕੰਟਰੀਬਿਊਸ਼ਨ ਰਹੀ ਹੈ। ਇਸੇ ਤਰ੍ਹਾਂ ਹੀ ਜਿੰਨੇ ਹਸਪਤਾਲ ਨੇ ਉਹਨਾਂ ਦੇ ਵਿੱਚ ਸਾਡੀ ਬੜੀ ਵੱਡੀ ਕੰਟਰੀਬਿਊਸ਼ਨ ਰਹੀ ਹੈ। ਕੁਝ ਅੱਛੀਆਂ ਆਰਗੇਨਾਈਜੇਸ਼ਨ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਹੈ, ਉਸ ਨੂੰ ਇਸ ਅਦਾਰੇ ਨੇ ਬਹੁਤ ਸਪੋਰਟ ਕੀਤਾ ਅਤੇ ਹੋਰ ਬਹੁਤ ਸਾਰੇ ਐਸੇ ਕੰਮ ਆ ਜਿਹੜੇ ਇਸ ਤਰ੍ਹਾਂ ਚੱਲਦੇ ਰਹੇ। ਪਲੱਸ ਪੋਲੀਟੀਕਲ ਪਾਰਟੀਜ਼ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਮੇਨ 3 ਪੋਲੀਟੀਕਲ ਪਾਰਟੀਜ਼ ਨੇ, NDP ਹੈ, ਲਿਬਰਲ ਹੈ ਔਰ ਕੰਜ਼ਰਵੇਟਿਵ ਹੈ, ਔਰ ਬਿਲਕੁਲ ਨੌਨ ਬਾਇਸ ਹੋ ਕੇ ਉਹਨਾਂ ਦੀ ਮੈਂ ਕਵਰੇਜ ਹੈ ਜਿਹੜੀ ਕਰਦਾ ਰਿਹਾ ਵਾਂ ਔਰ ਤੁਹਾਡੇ ਨਾਲ ਵੀ ਮਿਲਣ ਦਾ ਮੌਕਾ ਮਿਲਿਆ। ਇੱਥੇ ਪ੍ਰਧਾਨ ਮੰਤਰੀ ਸਾਹਿਬ ਜੋ ਸਾਡੇ ਆਏ, ਹਰੇਕ ਵਾਰ ਉਹਨਾਂ ਨਾਲ ਆਉਣ ਦਾ ਮੌਕਾ ਮਿਲਿਆ। ਅਤੇ ਹੁਣ ਕੁਛ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਸਾਡੇ ਇਸ ਸਮੇਂ ਮੌਜੂਦਾ ਪਾਰਟੀ ਹੈ, ਰੂਲਿੰਗ ਪਾਰਟੀ ਹੈ, ਉਹਨਾਂ ਦੇ ਨਾਲ ਉਹਨਾਂ ਨੇ ਕੁਛ ਇਸ ਤਰ੍ਹਾਂ ਦੀ ਗੱਲਬਾਤ ਮੇਰੇ ਨਾਲ ਕੀਤੀ ਕਿ ਤੁਸੀਂ ਵੀ ਸਾਡੇ ਲਈ ਰਨ ਕਰੋ। ਸੋ ਉਹਦੇ ਲਈ ਮੇਰਾ ਭਵਿੱਖ ਦੇ ਵਿੱਚ ਇਹ ਪਲਾਨ ਹੈ ਕਿ ਮੈਂ ਹੁਣ ਇੱਥੋਂ ਵਾਪਸ ਜਾਣ ਤੋਂ ਬਾਅਦ ਮੈਂ 16 ਤਰੀਕ ਨੂੰ ਦਰਬਾਰ ਸਾਹਿਬ ਨਤਮਸਤਕ ਹੋ ਕੇ ਇਸ ਚੀਜ਼ ਦਾ ਐਲਾਨ ਕਰਾਂਗਾ ਕਿ ਭਈ ਮੈਂ ਕਿਸ ਕੰਸਟੀਚੂਐਂਸੀ ਤੋਂ ਪੋਲੀਟੀਕਲ ਪਾਰਟੀ ਲਈ, ਕੰਜ਼ਰਵੇਟਿਵ ਪਾਰਟੀ ਦੇ ਲਈ ਨੋਮੀਨੇਸ਼ਨ ਲੜਨ ਜਾ ਰਿਹਾ। ਇਹ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਪਾਰਲੀਮੈਂਟ ਦੇ ਮੈਂਬਰ ਲਈ ਆਪਣੀਆਂ ਸੇਵਾਵਾਂ ਪੇਸ਼ ਕਰ ਰਹੇ ਹੋ। ਔਰ ਵੱਡੀ ਗੱਲ ਮੈਂ ਦੇਖਦਾ ਹਾਂ ਕਿ ਜੋ ਗੁਰੂ ਸਾਹਿਬਾਨ ਨੇ ਸਾਨੂੰ ਸੇਵਾ ਦੀ ਸਪਿਰਿਟ ਦਿੱਤੀ ਸੀ, ਸਮਾਜ ਦੀ ਸੇਵਾ ਦੀ, ਮਨੁੱਖਤਾ ਦੀ ਭਲਾਈ ਲਈ, ਸਰਬੱਤ ਦੇ ਭਲੇ ਲਈ, ਉਸ ਦੇ ਨਾਲ ਸਿੱਖਾਂ ਨੇ ਸੰਸਾਰ ਭਰ ਵਿੱਚ ਨਾਮਣਾ ਪੈਦਾ ਕੀਤਾ ਔਰ ਸ਼ੋਹਰਤ ਪੈਦਾ ਕੀਤੀ ਔਰ ਇੱਜ਼ਤ ਵੀ ਪ੍ਰਾਪਤ ਕੀਤੀ। ਔਰ ਇਸੇ ਤਰ੍ਹਾਂ ਕੈਨੇਡਾ ਵਿੱਚ ਅਸੀਂ ਜਦੋਂ ਦੇਖਦੇ ਹਾਂ ਸ਼ਾਇਦ ਕਿਤਨੇ ਹੀ MP ਮੈਂਬਰ ਹਨ। ਔਰ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ
ਕਿ ਪਿਛਲੇ ਸਮੇਂ ਵਿੱਚ ਕਿੰਨੇ ਸਿੱਖ MP ਕਿੰਨੇ ਪੰਜਾਬੀ MP ਕੈਨੇਡਾ ਦੇਸ਼ ਦੇ ਵਿੱਚ ਆਪਣਾ ਬਣੇ, ਔਰ ਨਾਟ ਓਨਲੀ MPs ਬਲਕਿ ਕੋਈ ਕੌਂਸਲਰ, ਕੋਈ MLAs, ਕੋਈ ਹੋਰ ਵੱਡੀਆਂ ਪਦਵੀਆਂ ਉੱਤੇ ਕਿਸ ਤਰ੍ਹਾਂ ਕਿਹੜੇ ਬੰਦੇ ਪਹੁੰਚੇ, ਅਤੇ ਤੁਸੀਂ ਉਹਨਾਂ ਦੇ ਨਕਸ਼ੇ ਕਦਮ ਉੱਤੇ ਚੱਲ ਕੇ ਇਹਨੇ ਸੋਹਣੇ ਸਿੱਖੀ ਸਰੂਪ ਦੇ ਵਿੱਚ ਆਪਣਾ ਦਸਮ ਪਾਤਸ਼ਾਹ ਦਾ ਜੋ ਸਾਬਤ ਸੂਰਤ ਸਰੂਪ ਹੈ ਉਸ ਸਰੂਪ ਦੇ ਵਿੱਚ ਤੁਸੀਂ ਮੈਂਬਰ ਪਾਰਲੀਮੈਂਟ ਜਦੋਂ ਬਣ ਕੇ ਜਾਓਗੇ, ਉਸ ਦੇ ਨਾਲ ਸਮੁੱਚੀ ਦੁਨੀਆ ਦੇ ਵਿੱਚ ਸਿੱਖਾਂ ਦੀ ਸ਼ਾਨ ਵਿੱਚ ਵੀ ਵਾਧਾ ਹੋਵੇਗਾ ਤੇ ਸਿੱਖ ਗੁਰੂਆਂ ਦੀ ਜਿਹੜੀ ਗ੍ਰੇਟਨੈਸ ਹੈ ਉਹ ਵੀ ਲੋਕਾਂ ਨੂੰ ਪਤਾ ਲੱਗੇਗੀ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪਿਛਲੇ ਸਮੇਂ ਵਿੱਚ ਕਿਹੜੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣ ਕੇ ਜਾਂ ਹੋਰ ਉੱਚੇ ਅਹੁਦਿਆਂ ਉੱਤੇ ਉਸ ਦੇਸ਼ ਦੇ ਵਿੱਚ ਕੰਮ ਕੀਤਾ, ਔਰ ਤੁਸੀਂ ਵੀ ਉਹਨਾਂ ਦੇ ਨਕਸ਼ੇ ਉਹਦੇ ਕਦਮ ਉੱਤੇ ਚੱਲ ਕੇ ਅੱਗੋਂ ਉਸ ਤੋਂ ਵਧੀਆ ਕੰਮ ਕਰਨ ਦਾ ਯਤਨ ਕਰੋਗੇ। ਸਾਡੇ ਆਪਣੇ ਟੋਰਾਂਟੋ ਤੋਂ ਮੈਂ ਜ਼ਿਕਰ ਕਰਾਂਗਾ। ਸਭ ਤੋਂ ਪਹਿਲਾਂ ਸਰਦਾਰ ਗੁਰਬਖਸ਼ ਸਿੰਘ ਮੱਲੀ ਜੀ, ਉਹ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਬਣੇ ਸਨ ਲਿਬਰਲ ਪਾਰਟੀ ਵੱਲੋਂ, ਔਰ ਉਹਨਾਂ ਤੋਂ ਕਾਫੀ ਲੋਕ ਨੇ ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਪ੍ਰਭਾਵਿਤ ਹੋਏ। ਉਸ ਤੋਂ ਬਾਅਦ ਜ਼ਿਕਰ ਉੱਜਲ ਦਸਾਂਝ ਸਾਹਿਬ ਦਾ ਆਉਂਦਾ, ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਰਹੇ ਤੇ ਫਿਰ ਬਾਅਦ ਦੇ ਵਿੱਚ ਫੈਡਰਲ ਗਵਰਨਮੈਂਟ ਦੇ ਵਿੱਚ ਆ ਕੇ ਉਹ ਵੱਖ-ਵੱਖ ਪੋਸਟਾਂ ਦੇ ਉੱਤੇ ਮੰਤਰੀ ਰਹੇ। ਤੇ ਇਸੇ ਤਰ੍ਹਾਂ ਹੀ ਹਰਬ ਧਾਲੀਵਾਲ ਜੀ ਨੇ ਅਤੇ ਹੋਰ ਬਹੁਤ ਸਾਰੇ ਨੇ, ਅਨੇਕਾਂ ਨੇ, ਜਿਨ੍ਹਾਂ ਦੇ ਨਾਂ ਸਾਰੇ ਹੁਣ ਗਿਣਨੇ ਮੁਸ਼ਕਲ ਹੋਣਗੇ, ਪਰ ਇਸ ਸਮੇਂ ਆਪਣੇ ਟਿਮ ਉੱਪਲ ਜੀ ਨੇ ਮਿਨਿਸਟਰ ਨੇ, ਇਸੇ ਤਰ੍ਹਾਂ ਹੀ ਪਰਮਕੇਲ ਜੀ ਨੇ, ਇਸੇ ਤਰ੍ਹਾਂ ਹੀ ਸਾਡੇ ਸੰਧੂ ਸਾਹਿਬ ਨੇ, ਔਰ ਹੋਰ ਬਹੁਤ ਸਾਰੇ ਜਿਹੜੇ ਲਗਭਗ 11 ਦੇ ਕਰੀਬ ਜਿਹੜੇ ਸਾਡੇ ਮੈਂਬਰ ਪਾਰਲੀਮੈਂਟਸ ਨੇ ਕੈਨੇਡਾ ਦੀ ਪਾਰਲੀਮੈਂਟਸ ਦੇ ਵਿੱਚ। ਪਲੱਸ ਪ੍ਰੋਵਿੰਸ ਦੇ ਵਿੱਚੋਂ ਜੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤੇ ਅਸੀਂ ਅੰਟਾਰੀਓ ਦੀ ਗੱਲ ਕਰੀਏ ਤਾਂ ਇੱਥੋਂ ਜਿਹਨੂੰ ਤੁਸੀਂ MLA ਕਹਿੰਦੇ ਹੋ ਤੇ ਅਸੀਂ MPP ਕਹਿੰਦੇ ਆ, 5-5 6-6 MLA ਜਾਂ MPP ਜਿਹੜੇ ਸਾਡੇ ਇਹਨਾਂ 2-3 ਪ੍ਰੋਵਿੰਸ ਤੋਂ ਹਨ। ਸੋ ਪੂਰੀ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਪੰਜਾਬੀਆਂ ਦਾ ਖਾਸ ਤੌਰ ਦੇ ਉੱਤੇ ਬੋਲਬਾਲਾ ਰਿਹਾ, ਔਰ ਪੰਜਾਬੀ ਬੜਾ ਹੀ ਡਿਸੀਜ਼ਿਵ ਜਿਹੜੀ ਇਹਨਾਂ ਦੀ ਵੋਟ ਹੁੰਦੀ ਹੈ ਕਿ ਕਿਸੇ ਪਾਰਟੀ ਨੂੰ ਜਿਤਾਉਣਾ ਜਾਂ ਹਰਾਉਣਾ ਪੰਜਾਬੀਆਂ ਦੇ ਉੱਤੇ ਬੜਾ ਨਿਰਭਰ ਕਰਦਾ ਹੈ। ਕੋਈ ਵੀ ਪੋਲੀਟੀਕਲ ਪਾਰਟੀ ਉੱਥੋਂ ਪੰਜਾਬੀਆਂ ਨੂੰ ਇਗਨੋਰ ਨਹੀਂ ਕਰ ਸਕਦੀਗੀ ਔਰ ਨਾ ਹੀ ਕਰ ਰਹੀ ਹੈ। ਸੋ ਪੰਜਾਬੀਆਂ ਦੀ ਜਿਹੜੀ ਟੋਟਲ ਅਗਰੈਸਿਵਨੈਸ ਹੈ ਸਿਆਸਤ ਦੇ ਵਿੱਚ ਆਉਣ ਦੀ, ਉਸ ਦਾ ਕੈਨੇਡਾ ਦੀ ਸਿਆਸਤ ਦੇ ਉੱਤੇ ਇਸ ਸਮੇਂ ਕਾਫੀ ਵੱਡਾ ਪ੍ਰਭਾਵ ਹੈ। ਹੁਣ ਜੇ ਅਗਲੀ ਵਾਰੀ ਅਸੀਂ ਦੇਖੀਏ ਇਲੈਕਸ਼ਨ ਦੇ ਵਿੱਚ ਆਉਣ ਵਾਲੀ ਅਕਤੂਬਰ 2015 ਦੀ ਇਲੈਕਸ਼ਨ ਦੇ ਵਿੱਚ ਜਿਹੜੇ ਲਗਭਗ ਟੋਟਲ ਚਾਹੇ ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਜਿੱਤਣ ਜਾਂ ਲਿਬਰਲ ਪਾਰਟੀ ਵੱਲੋਂ ਜਿੱਤਣ, ਕੋਈ 15 ਦੇ ਕਰੀਬ ਸਾਡੇ ਉੱਥੇ ਮੈਂਬਰ ਪਾਰਲੀਮੈਂਟ ਹੋਣਗੇ, ਔਰ ਪੰਜਾਬ ਤੋਂ 15 ਨਹੀਂ ਜਾਂਦੇਗੇ ਇੱਥੇ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ, ਪਰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਪਿਓਰ ਪੰਜਾਬੀ ਬੋਲਣ ਵਾਲੇ ਨੇ ਉਹ 15 ਦੇ ਕਰੀਬ ਹੋਣਗੇ। ਗਰੇਵਾਲ ਸਾਹਿਬ, ਇਹ ਤਾਂ ਬੜੀ ਮਾਣ ਵਾਲੀ ਔਰ ਖੁਸ਼ੀ ਵਾਲੀ ਗੱਲ ਹੈ। ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਣ ਦੀ ਖੇਚਲ ਕਰੋਗੇ ਕਿ ਕੈਨੇਡਾ ਦੇ ਵਿੱਚ ਕਿੰਨੇ ਲੱਖ ਸਿੱਖ ਰਹਿੰਦੇ ਨੇ ਔਰ ਉਹਨਾਂ ਦਾ ਫਿਊਚਰ ਕੀ ਹੈ ਉੱਥੇ, ਅੱਗੋਂ ਸਿੱਖਾਂ ਦੀ ਪਾਪੂਲੇਸ਼ਨ ਉੱਥੇ ਵਧੇਗੀ ਔਰ ਉਹਨਾਂ ਵਾਸਤੇ ਕਿਸ ਤਰ੍ਹਾਂ ਦੀਆਂ ਅਪਰਚੂਨਿਟੀਜ਼ ਕੈਨੇਡਾ ਦੇ ਵਿੱਚ ਹਨ, ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਮਾਈਗ੍ਰੇਟ ਕਰ ਰਹੇ ਨੇ ਕੈਨੇਡਾ ਦੇ ਵਿੱਚ, ਔਰ ਉਹਨਾਂ ਨੂੰ ਉੱਥੇ ਕੋਈ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਜਾਂ ਬੜੇ ਆਰਾਮ ਦੇ ਨਾਲ ਜਾ ਕੇ ਉੱਥੇ ਸੈਟਲ ਹੋ ਰਹੇ ਨੇ, ਔਰ ਉਹਨਾਂ ਦਾ ਉੱਥੇ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਰਹੇਗਾ ਕਿ ਉਹਨਾਂ ਨੂੰ ਅੱਗੋਂ ਆਪਣੇ ਜੀਵਨ ਦੇ ਵਿੱਚ ਆਰਾਮ ਰਹੇਗਾ ਜਾਂ ਉਹਨਾਂ ਨੂੰ ਕੋਈ ਪ੍ਰੋਬਲਮਸ ਆਉਣਗੀਆਂ ਜਾਂ ਉੱਥੇ ਕੋਈ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਜਾਂ ਇਸ ਤਰ੍ਹਾਂ ਦੀ ਕੋਈ ਉਮੀਦ ਸੋਚੀ ਜਾ ਰਹੀ ਹੈ। ਔਰ ਉੱਥੇ ਕਿੰਨੀ ਕੁ ਧਰਤੀ ਜੋ ਹੈ ਉਹਦੇ ਉੱਤੇ ਪੰਜਾਬੀ ਕਾਸ਼ਤਕਾਰ ਨੇ ਔਰ ਕਿੰਨੀ ਕੁ ਧਰਤੀ ਹੈ ਜਿਹਦੇ ਪੰਜਾਬੀ ਮਾਲਕ ਨੇ, ਔਰ ਕਿਸ ਤਰ੍ਹਾਂ ਦਾ ਉੱਥੇ ਵਿਕਾਸ ਹੋ ਰਿਹਾ ਹੈ। ਟੋਟਲ ਜੇ ਅਸੀਂ ਕੈਨੇਡਾ ਦੇ ਵਿੱਚ ਆਪਣੇ ਪੰਜਾਬੀਆਂ ਦੀ ਸਿੱਖਾਂ ਦੀ ਪਾਪੂਲੇਸ਼ਨ ਦੀ ਗੱਲਬਾਤ ਕਰੀਏ, 5.5 ਲੱਖ ਤੋਂ ਲੈ ਕੇ 6 ਲੱਖ ਦੇ ਕਰੀਬ ਟੋਟਲ ਪਾਪੂਲੇਸ਼ਨ ਹੈ। ਜ਼ਿਆਦਾ ਪਾਪੂਲੇਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ, ਸਰੀ, ਐਵਸਫੋਰਡ ਦਾ ਏਰੀਆ ਇਹ ਆ ਜਾਂਦਾ ਹੈ, ਤੇ ਉਸ ਤੋਂ ਬਾਅਦ ਟੋਰਾਂਟੋ ਦੇ ਵਿੱਚ ਬਹੁਤ ਵੱਡੀ ਪਾਪੂਲੇਸ਼ਨ ਹੈ। ਟੋਰਾਂਟੋ ਦੇ ਵਿੱਚ ਮਿਸੀਸਾਗਾ ਤੇ ਬਰੈਂਪਟਨ ਦਾ ਏਰੀਆ ਜਿਹੜਾ ਇਹ ਕਾਫੀ ਵੱਡੀ ਤਾਦਾਦ ਇੱਥੇ ਪੰਜਾਬੀਆਂ ਦੀ ਹੈ। ਸੋ ਜੇ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਪੁਰਾਣੇ ਲੋਕ ਗਏ ਨੇ, 100 ਸਾਲ ਤੋਂ ਉੱਤੇ ਹੋ ਗਿਆ, ਤੇ ਉੱਥੇ ਜਿਹੜੇ ਉਹਨਾਂ ਨੇ ਫਾਰਮ ਆਪਣੇ ਵਸਾਏ ਨੇ ਉਹ ਉਹਨਾਂ ਨੂੰ ਦਾਤ ਦੇਣੀ ਬਣਦੀ ਹੈ। ਸੋ ਪਹਾੜਾਂ ਨੂੰ ਚੀਰ ਕੇ ਪੱਧਰਾ ਕਰ ਕਰਕੇ ਤੇ ਉੱਥੇ ਆਪਣੇ ਉਹਨਾਂ ਨੇ ਫਾਰਮ ਬਣਾਏ ਹੋਏ ਨੇ। ਖੇਤੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਟੋਰਾਂਟੋ ਦੀ ਗੱਲ ਕਰੀਏ, ਟੋਰਾਂਟੋ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਤੇ ਹੋਰ ਬਹੁਤ ਸਾਰੇ ਇੰਡਸਟਰੀਜ਼ ਨੇ ਜਿਹਦੇ ਵਿੱਚ ਆਪਣੇ ਇੱਥੋਂ ਪੰਜਾਬੀ ਜਾ ਕੇ ਉਹਨਾਂ ਨੇ ਤਰੱਕੀਆਂ ਕੀਤੀਆਂ ਨੇ ਅਤੇ ਐਵਰੇਜ ਕੈਨੇਡੀਅਨ ਨਾਲੋਂ ਇਸ ਸਮੇਂ ਚੰਗੀ ਜ਼ਿੰਦਗੀ ਹੈ ਜਿਹੜੀ ਜੀ ਰਹੇ ਨੇ, ਔਰ ਮਿਹਨਤ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਇੱਕ ਚੰਗਾ ਪ੍ਰਭਾਵ ਛੱਡਿਆ ਹੈ ਕੈਨੇਡੀਅਨ ਲੋਕਾਂ ਦੇ ਉੱਤੇ। ਤੇ ਇਸ ਦੇ ਨਾਲ ਭਵਿੱਖ ਦੀ ਗੱਲ ਕਰੀਏ ਤੇ ਭਵਿੱਖ ਪੰਜਾਬੀ ਨੇ ਜਿਹੜੇ ਮਿਹਨਤ ਕਰਨ ਵਾਲੇ ਨੇ ਔਰ ਚੰਗਾ ਮੈਨੂੰ ਭਵਿੱਖ ਨਜ਼ਰ ਆ ਰਿਹਾ। ਤੁਸੀਂ ਗੱਲ ਕੀਤੀ ਹੈ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ, ਮੈਨੂੰ ਕਦੇ ਵੀ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਹੋਇਆ ਕਿ ਮੈਂ ਦਸਤਾਰ ਬੰਨ੍ਹ ਕੇ
ਦਸਤਾਰ ਸਜਾ ਕੇ ਇਸ ਤਰ੍ਹਾਂ ਦਾੜਾ ਪ੍ਰਕਾਸ਼ ਕਰਕੇ ਕਿਤੇ ਜਾ ਰਹੇ ਹਾਂ ਤਾਂ ਕਿਸੇ ਗੋਰੇ ਨੇ ਜਾਂ ਕਿਸੇ ਹੋਰ ਤਰ੍ਹਾਂ ਨੇ ਇਸ ਤਰ੍ਹਾਂ ਕੋਈ ਜਿਹੜਾ ਨਸਲੀ ਵਿਤਕਰਾ ਕੀਤਾ ਹੋਵੇ। ਕੈਨੇਡਾ ਇੱਕ ਬਹੁਤ ਫਰੈਂਡਲੀ ਕੰਟਰੀ ਹੈ ਔਰ ਬਹੁਤ ਹੀ ਅੱਛੇ ਢੰਗ ਦੇ ਨਾਲ ਤੁਹਾਡੇ ਨਾਲ ਉਹ ਮਿਲਦੇ ਵਰਤਦੇ ਨੇ। ਸੋ ਕੈਨੇਡਾ ਦਾ ਜਿਹੜਾ ਮਲਟੀਕਲਚਰ ਸਿਸਟਮ ਹੈ ਇਸ ਸਮੇਂ ਇੱਕ ਬਹੁਤ ਅੱਛੇ ਢੰਗ ਦੇ ਨਾਲ ਉਹ ਚੱਲ ਰਿਹਾ ਹੈ। ਗਰੇਵਾਲ ਸਾਹਿਬ, ਇਹ ਮੈਂ ਪੁੱਛਣਾ ਚਾਹਾਂਗਾ, ਸਾਡੇ ਦਰਸ਼ਕਾਂ ਨੂੰ ਇਸ ਗੱਲ ਦੀ ਉਤਸੁਕਤਾ ਹੋਵੇਗੀ ਕਿ ਕੈਨੇਡਾ ਵਿੱਚ ਅਗਰ 6 ਲੱਖ ਸਿੱਖ ਹੈ ਤਾਂ ਅਮਰੀਕਾ ਵਿੱਚ ਕਿੰਨੇ ਸਿੱਖ ਨੇ? ਅਮਰੀਕਾ ਵਿੱਚ ਸਿੱਖਾਂ ਦਾ ਕੀ ਫਿਊਚਰ ਹੈ ਔਰ ਕੈਨੇਡਾ ਦੇ ਮੁਕਾਬਲੇ ਵਿੱਚ ਉਹਨਾਂ ਦੀ ਉੱਥੇ ਕਿਸ ਤਰ੍ਹਾਂ ਦਾ ਸਟੇਟਸ ਹੈ ਔਰ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ? ਅਮਰੀਕਾ ਦੀ ਮੈਂ ਟੋਟਲ ਸਿੱਖਾਂ ਦੀ ਪਾਪੂਲੇਸ਼ਨ ਦੇ ਫਿਗਰ ਨਹੀਂ ਮੈਨੂੰ ਪਤਾ, ਪਰ ਜੇ ਮੈਂ ਅਮਰੀਕਨ ਸਿੱਖਾਂ ਦੀ ਗੱਲ ਕਰਦਾ ਤਾਂ ਅਮਰੀਕਾ ਦੇ ਕੁਝ ਐਸੇ ਸ਼ਹਿਰ ਨੇ ਜਿੱਥੇ ਇਹਨਾਂ ਨੂੰ ਡਿਸਕ੍ਰਿਮੀਨੇਸ਼ਨ ਜਾਂ ਫਿਰ ਨਸਲੀ ਜਿਹੜੇ ਹਮਲੇ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ 9/11 ਤੋਂ ਬਾਅਦ ਤੇ ਉਸ ਤੋਂ ਬਾਅਦ ਜੋ ਮਿਡਲ ਈਸਟ ਦੇ ਵਿੱਚ ਜੰਗ ਚੱਲੀ ਹੈ ਉਸ ਦੇ ਨਾਲ ਜਿਹੜਾ ਸਿੱਖਾਂ ਨੂੰ ਮੁਸਲਿਮਸ ਦੇ ਨਾਲ ਬਹੁਤ ਕੰਪੇਅਰ ਕੀਤਾ ਗਿਆ। ਖਾਸ ਤੌਰ ਦੇ ਉੱਤੇ ਆਪਣੇ ਲਾਦੇਨ ਦੀ ਜਿੰਨੀ ਰਿਪੋਰਟਿੰਗ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੇ ਅਮਰੀਕਨ ਲੋਕਾਂ ਨੂੰ ਇਹ ਨਹੀਂ ਪਤਾ ਕਿ ਲਾਦੇਨ ਤੇ ਸਿੱਖਾਂ ਦੇ ਵਿੱਚ ਕੀ ਫਰਕ ਹੈ ਤੇ ਉਹਨਾਂ ਮੁਸਲਿਮਸ ਤੇ ਸਿੱਖਾਂ ਦੇ ਵਿੱਚ ਕੀ ਫਰਕ ਹੈ। ਉੱਥੇ ਨਸਲੀ ਹਮਲੇ ਬਹੁਤ ਹੋਏ ਨੇ, ਪਰ ਕੈਨੇਡਾ ਦੇ ਵਿੱਚ ਐਸਾ ਨਹੀਂ ਹੈ। ਕੈਨੇਡਾ ਦੇ ਵਿੱਚ ਕੈਨੇਡੀਅਨ ਲੋਕਾਂ ਨੂੰ ਸਪਸ਼ਟ ਪਤਾ ਕਿ ਇਹ ਸਿੱਖ ਨੇ ਔਰ 100 ਸਾਲ ਤੋਂ ਉੱਤੇ ਇੱਥੇ ਵਸੇ ਹੋਏ ਨੇ ਔਰ ਇੱਕ ਕੈਨੇਡਾ ਨੂੰ ਇੱਕ ਬਿਹਤਰ ਮੁਲਕ ਬਣਾਉਣ ਦੇ ਵਿੱਚ ਸਿੱਖਾਂ ਦਾ ਇੱਕ ਚੰਗਾ ਯੋਗਦਾਨ ਹੈ। ਗਰੇਵਾਲ ਸਾਹਿਬ, ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਕੈਨੇਡੀਅਨ ਗੌਰਮੈਂਟ ਨੇ ਇਸ ਗੱਲ ਨੂੰ ਐਕਨਾਲਜ ਕੀਤਾ ਹੈ ਕਿ ਕੈਨੇਡਾ ਦੇ ਸਰਬਪੱਖੀ ਵਿਕਾਸ ਵਿੱਚ ਸਿੱਖਾਂ ਨੇ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਤੁਸੀਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਮੈਂਬਰ ਬਣੋ ਔਰ ਮੈਂਬਰ ਬਣ ਕੇ ਅਮਰੀਕਾ ਦੇ ਵਿੱਚ ਜੋ ਸਿੱਖਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀਆਂ ਜਾਂ ਹੋਰ ਕੋਈ ਵੀ ਸਿਆਸੀ ਤੌਰ ਤੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਆਈਡੈਂਟੀਟੀ ਦੀ, ਕਿ ਉਹਨਾਂ ਦੀ ਪਹਿਚਾਣ ਮੁਸਲਮਾਨਾਂ ਵਜੋਂ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਸਿੱਖ ਮੁਸਲਮਾਨ ਨੇ ਇੱਕ ਵੱਖਰੀ ਕੌਮ ਹੈ ਔਰ ਇਹਨਾਂ ਦਾ ਮੁਸਲਮਾਨਾਂ ਦੇ ਨਾਲ ਕੋਈ ਸੱਭਿਆਚਾਰਕ ਸੁਮੇਲ ਨਹੀਂ ਹੈ। ਤਾਂ ਤੁਸੀਂ ਇਸ ਖੇਤਰ ਵਿੱਚ ਵੀ ਅਗਰ ਆਪਣੇ ਭਵਿੱਖ ਵਿੱਚ ਕੰਮ ਕਰ ਸਕੋ ਤਾਂ ਮੈਂ ਸਮਝਦਾ ਆਪਣੀ ਕੌਮ ਦੀ ਬਹੁਤ ਵੱਡੀ ਸੇਵਾ ਹੋਵੇਗੀ। ਤੁਸੀਂ ਅਖਬਾਰ ਸ਼ੁਰੂ ਕਰਕੇ ਜਿੱਥੇ ਆਪਣੀ ਕੌਮ ਦੀ ਅਦੁੱਤੀ ਸੇਵਾ ਕੀਤੀ ਹੈ ਔਰ ਤੁਹਾਡੇ ਮਨ ਦੇ ਵਿੱਚ ਜੋ ਆਸ਼ਾ ਹੈ ਕਿ ਮੈਂ ਪਾਰਲੀਮੈਂਟ ਵਿੱਚ ਜਾ ਕੇ ਵੀ ਆਪਣੀ ਕੌਮ ਦਾ ਨਾਮ ਉੱਚਾ ਕਰਾਂ ਔਰ ਸਿੱਖਾਂ ਦਾ ਜੋ ਸਹੀ ਇਮੇਜ ਹੈ, ਸਿੱਖਾਂ ਦਾ ਜੋ ਸਹੀ ਸਰੂਪ ਹੈ, ਸਿੱਖ ਕੌਮ ਦਾ ਜੋ ਸਰਬੱਤ ਦੇ ਭਲੇ ਦਾ ਆਦਰਸ਼ ਹੈ, ਇਸ ਨੂੰ ਬਾਕੀ ਦੁਨੀਆ ਤੱਕ ਪਹੁੰਚਾਵਾਂ ਔਰ ਸੋਹਣੇ ਸੁੰਦਰ ਸਾਬਤ ਸੂਰਤ ਸਰੂਪ ਵਿੱਚ ਤੁਸੀਂ ਇਹ ਸੇਵਾ ਕਰ ਰਹੇ ਹੋ ਔਰ ਅੱਗੋਂ ਵੀ ਪਾਰਲੀਮੈਂਟ ਵਿੱਚ ਜਾ ਕੇ ਤੁਸੀਂ ਦਸਮ ਪਾਤਸ਼ਾਹ ਦੇ ਸਰੂਪ ਨੂੰ ਪੇਸ਼ ਕਰੋਗੇ। ਤੁਹਾਡੇ ਇਹ ਸਾਰੇ ਰੋਸ਼ਨ ਭਵਿੱਖ ਲਈ ਅਦਾਰਾ ਚੜ੍ਹਦੀ ਕਲਾ ਸ਼ੁਭ ਕਾਮਨਾਵਾਂ ਭੇਟ ਕਰਦਾ ਹੋਇਆ ਤੁਹਾਡੇ ਲਈ ਅਰਦਾਸ ਵੀ ਕਰਦਾ ਹੈ ਅਤੇ ਆਸ ਵੀ ਕਰਦਾ ਹੈ ਕਿ ਤੁਸੀਂ ਜਿਸ ਨਿਸ਼ਠਾ ਦੇ ਨਾਲ, ਜਿਸ ਪ੍ਰਤੀਬੱਧਤਾ ਦੇ ਨਾਲ ਤੁਸੀਂ ਆਪਣੇ ਰਸਤੇ ਉੱਤੇ ਚੱਲੇ ਹੋ, ਤੁਸੀਂ ਇਸ ਵਿੱਚ ਜ਼ਰੂਰ ਕਾਮਯਾਬੀ ਪ੍ਰਾਪਤ ਕਰੋਗੇ, ਕਿਉਂਕਿ ਸਾਰੀ ਕੌਮ ਤੁਹਾਨੂੰ ਪਿਆਰ ਕਰਦੀ ਹੈ। ਸਾਰੇ ਕੈਨੇਡਾ 'ਚ ਵਸਣ ਵਾਲੇ ਸਿੱਖ ਤੁਹਾਡੇ ਵੱਲ ਉਮੀਦਾਂ ਅਤੇ ਆਸਾਂ ਰੱਖਦੇ ਹਨ ਅਤੇ ਤੁਹਾਡੀ ਉਹ ਜ਼ਰੂਰ ਮਦਦ ਵੀ ਕਰਨਗੇ ਔਰ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਦਾਰਾ ਚੜ੍ਹਦੀ ਕਲਾ, ਖਾਸ ਕਰਕੇ ਚੜ੍ਹਦੀ ਕਲਾ ਟਾਈਮ ਟੀਵੀ, ਜੋ ਜਨਵਰੀ ਮਹੀਨੇ ਤੋਂ ਸਾਰੇ ਯੂਰਪ ਵਿੱਚ, ਸਾਰੇ ਨਾਰਥ ਅਮਰੀਕਾ ਵਿੱਚ, ਸਾਰੇ ਮਿਡਲ ਈਸਟ ਵਿੱਚ 12.5 ਕਰੋੜ ਤੋਂ ਵੱਧ ਸਿੱਟਾਂ ਉੱਤੇ ਹੁਣ ਚੱਲਣ ਜਾ ਰਿਹਾ ਹੈ, ਕਿਉਂਕਿ ਸਾਡੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਜੋ ਰੀਸੈਂਟ ਅਮਰੀਕਨ ਵਿਜ਼ਿਟ ਦੇ ਵਿੱਚ ਐਗਰੀਮੈਂਟ ਕੀਤੇ ਹਨ ਸੈਟੇਲਾਈਟ ਦੇ, ਉਸ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਚੁਣਿਆ ਗਿਆ ਹੈ ਔਰ 200 ਮਿਲੀਅਨ ਦੇ ਕਰੀਬ, 20 ਕਰੋੜ ਦੇ ਕਰੀਬ ਆਲਰੇਡੀ ਲੋਕ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਜੋ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਜ਼ਾਹਰੀ ਕਲਾ ਵਰਤ ਰਹੀ ਹੈ, ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਪਾਠ, ਨਿਤਨੇਮ ਦਾ ਪਾਠ, ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਕਥਾ, ਇਹ ਕਰੋੜਾਂ ਲੋਕ ਸਾਰੀ ਦੁਨੀਆ ਦੇ ਵਿੱਚ ਸੁਣਦੇ ਹਨ। ਅਤੇ ਹੁਣ ਅਗਲੇ ਮਹੀਨੇ ਤੋਂ ਜਦੋਂ ਇਹ ਐਗਰੀਮੈਂਟ ਲਾਗੂ ਹੋ ਜਾਏਗਾ ਤਾਂ 12.5 ਕਰੋੜ ਹੋਰ ਟੀਵੀ ਸੈੱਟਾਂ ਉੱਤੇ ਇਤਨੀ ਦੁਨੀਆ ਦੇ ਲੋਕ ਇਸ ਪ੍ਰੋਗਰਾਮਾਂ ਨੂੰ ਦੇਖ ਸਕਣਗੇ ਔਰ ਅਸੀਂ ਵੀ ਯਤਨ ਕਰਾਂਗੇ ਕਿ ਤੁਹਾਡਾ ਜੋ ਪ੍ਰੋਗਰਾਮ ਹੈ ਫਿਊਚਰ ਦਾ, ਤੁਹਾਡੇ ਜੋ ਦੁਆ ਆਦਰਸ਼ ਹਨ, ਤੁਹਾਡੇ ਆਸ਼ੇ ਹਨ, ਜੋ ਚੜ੍ਹਦੀ ਕਲਾ ਟਾਈਮ ਟੀਵੀ ਆਪਣੇ ਦਰਸ਼ਕਾਂ ਨੂੰ ਦੱਸ ਸਕੇ ਤਾਂ ਅਸੀਂ ਆਪਣੇ ਵੱਡੇ ਭਾਗ ਸਮਝਾਂਗੇ। ਮੈਂ ਤੁਹਾਡਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ ਜਾਣ 'ਤੇ ਸਵਾਗਤ ਵੀ ਕਰਦਾ ਹਾਂ ਅਤੇ ਤੁਹਾਡੀ ਸਫਲ ਭਵਿੱਖ ਲਈ ਕਾਮਨਾ ਵੀ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।